ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਧੰਨਵਾਦ ਕਰਦਾ ਹਾਂ ਕਿ ਤੁਸੀਂ ਪ੍ਰਭੂ ਦੇ ਨਾਲ ਉਸ ਦੇ ਪਿਆਰ ਦੇ ਵਿੱਚ ਆਨੰਦਿਤ ਹੋਵੋਗੇ ਔਰ ਪ੍ਰਭੂ ਆਪ ਨੂੰ ਉਸ ਆਨੰਦ ਦੇ ਵਿੱਚ ਉਹਦੇ ਵਚਨ ਦੀ ਸਮਰੱਥਾ ਦੇ ਨਾਲ ਅੱਗੇ ਵਧਣ ਦੇ ਲਈ ਮਦਦ ਕਰੇ ਤਾਂ ਕਿ ਪ੍ਰਭੂ ਦਾ ਨਾਮ ਜਪ ਸਕੇ। ਅੱਜ ਦੇ ਵਚਨ ਦੇ ਲਈ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਇਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵਸ਼ਕਤੀਮਾਨ, ਸਰਵਵਿਆਪੀ, ਸਰਵੱਗਿਆ ਪਰਮੇਸ਼ਰ ਹੈ। ਤੂੰ ਸਾਡੇ ਉੱਤੇ ਆਪਣੇ ਭਰਪਣ ਦੇ ਪਿਆਰ ਨੂੰ ਪਰਮੇਸ਼ਰ ਪਿਤਾ ਆਪਣੇ ਵਚਨ ਦੇ ਨਾਲ ਪ੍ਰਗਟ ਕਰਕੇ ਆਪਣੇ ਰਾਜ ਦੇ ਵਿੱਚ ਲੈ ਕੇ ਚੱਲਦਾ ਹੈ ਅਤੇ ਆਪਣੇ ਵਚਨ ਦੇ ਨਾਲ ਸਾਨੂੰ ਦਿਨ ਪ੍ਰਤੀ ਦਿਨ ਤ੍ਰਿਪਤੀ ਕਰਕੇ ਸਾਡੀ ਆਤਮਿਕ ਉન્નਤੀ ਕਰਦਾ ਹੈ। ਉਸ ਦੇ ਲਈ ਧੰਨਵਾਦ ਕਰਦੇ ਹਾਂ। ਜਦੋਂ ਅਸੀਂ ਹੁਣ ਫੇਰ ਤੇਰੇ ਆਤਮਿਕ ਵਚਨ ਦੇ ਵਿੱਚ ਆਤਮਿਕ ਉન્નਤੀ ਦੇ ਲਈ ਪਰਮੇਸ਼ਰ ਪਿਤਾ ਉਸ ਨੂੰ ਪੜ੍ਹਨ ਜਾ ਰਹੇ ਹਾਂ, ਸਿੱਖਣ ਜਾ ਰਹੇ ਹਾਂ, ਤਾਂ ਸਾਡੀ ਮਦਦ ਕਰਨਾ ਤਾਂ ਕਿ ਤੇਰੇ ਵਚਨ ਨੂੰ ਸਿੱਖ ਕੇ ਉਸ ਦੇ ਉੱਤੇ ਚੱਲਦੇ ਹੋਏ ਤੇਰੀ ਆਮਦ ਦੇ ਵਿੱਚ ਸ਼ਰੀਕ ਹੋ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਇੱਕ ਇੱਕ ਪਲ ਦੇ ਲਈ ਇਸ ਵਚਨ ਨੂੰ ਔਰ ਸੁਣਨ ਵਾਲੇ ਨੂੰ ਦੋਨਾਂ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਆਮੀਨ। ਪਿਆਰੇ ਅਜ਼ੀਜ਼, ਇਹ ਯੁੱਗ ਬਹੁਤ ਹੀ ਭਿਆਨਕ ਹੈ ਔਰ ਇਸ ਯੁੱਗ ਦੇ ਵਿੱਚ ਕਈ ਵਿਸ਼ਵਾਸੀ ਭਟਕ ਕੇ ਆਪਣੇ ਆਪ ਦੇ ਵਿੱਚ ਨਾਸ਼ ਹੋ ਗਏ। ਉਸ ਦਾ ਕਾਰਨ ਉਹਨਾਂ ਦੇ ਵਿੱਚ ਆਪਣੀ ਆਤਮਿਕ ਸ਼ਕਤੀ ਦਾ ਜੋ ਪਰਮੇਸ਼ਰ ਨੇ ਦਿੱਤਾ ਹੈ ਉਸ ਦਾ ਗਿਆਨ ਹੈ। ਪਰਮੇਸ਼ਰ ਸਾਨੂੰ ਆਤਮਿਕ ਰੀਤ ਦੇ ਨਾਲ ਤਗੜਿਆਂ ਕਰਕੇ ਇਸ ਸੰਸਾਰ ਦੇ ਵਿੱਚ ਜੀਣ ਦੀ ਤਾਕਤ ਦਿੰਦਾ ਹੈ। ਜਦੋਂ ਪ੍ਰਭੂ ਯਿਸੂ ਮਸੀਹ ਜੀ ਪ੍ਰਾਰਥਨਾ ਕਰ ਰਹੇ ਸੀ ਆਖਰੀ ਸਮੇਂ ਦੇ ਵਿੱਚ, ਤਦ ਉਹਨਾਂ ਨੇ ਚੇਲਿਆਂ ਨੂੰ ਕਿਹਾ ਸੀ, ਸਰੀਰ ਤਾਂ ਕਮਜ਼ੋਰ ਹੈ ਪਰ ਆਤਮਾ ਬਲਵੰਤ ਹੈ। ਇਹਦਾ ਮਤਲਬ ਸਰੀਰ ਦੇ ਵਿੱਚ ਬਹੁਤ ਸਾਰੇ ਪੀੜਾ ਅਤੇ ਦੁੱਖ ਹਨ ਪਰ ਆਤਮਾ ਦੇ ਵਿੱਚ ਨਹੀਂ। ਕਿਉਂਕਿ ਆਤਮਾ ਦੇ ਵਿੱਚ ਮਾਸ ਅਤੇ ਸਰੀਰ ਨਹੀਂ, ਉਹ ਪਰਮੇਸ਼ਰ ਦੀ ਸਮਰੱਥ ਅਤੇ ਪਰਮੇਸ਼ਰ ਦਾ ਬਲ ਉਸ ਦੇ ਵਿੱਚ ਹੁੰਦਾ ਹੈ। ਜੇ ਅਸੀਂ ਪਰਮੇਸ਼ਰ ਦੇ ਵਚਨ ਦੇ ਨੇੜੇ ਨਹੀਂ ਜਾਂਦੇ ਹਾਂ, ਪਰਮੇਸ਼ਰ ਦੇ ਵਚਨ ਨੂੰ ਅਸੀਂ ਨਹੀਂ ਸੁਣਦੇ ਹਾਂ, ਪਰਮੇਸ਼ਰ ਦੇ ਵਚਨ ਨੂੰ ਨਹੀਂ ਮੰਨਦੇ ਹਾਂ, ਤਾਂ ਅਸੀਂ ਸਰੀਰ ਦੇ ਵਿੱਚ ਤਾਂ ਕਮਜ਼ੋਰ ਹਾਂ ਹੀ, ਪਰ ਲੇਕਿਨ ਆਤਮਾ ਦੇ ਵਿੱਚ ਡਾਢੇ ਕਮਜ਼ੋਰ ਹੋ ਜਾਂਦੇ ਹਾਂ ਔਰ ਇਸ ਦਾ ਫਾਇਦਾ ਸ਼ਤਰੂ ਸਾਡੇ ਜੀਵਨ ਦੇ ਵਿੱਚ ਲੈਂਦਾ ਹੈ। ਅੱਜ ਮੈਂ ਆਪ ਦੇ ਨਾਲ ਜੋ ਗੱਲ ਕਰਨ ਜਾ ਰਿਹਾ ਉਹ ਕਰਨ ਜਾ ਰਿਹਾ ਆਤਮਿਕ ਸ਼ਕਤੀ ਦੇ ਬਾਰੇ। ਮੈਂ ਇਸ ਗੱਲ ਨੂੰ ਆਪ ਨੂੰ ਸਮਝਾਉਣ ਦੇ ਲਈ ਅਫਸੀਆਂ ਦੀ ਪੁਸਤਕ 6 ਅਧਿਆਇ ਉਸ ਦਾ 10 ਵਚਨ ਲਿਆ ਹੈ, ਜਿਸ ਵਿੱਚ ਇੱਥੇ ਪੌਲਸ ਰਸੂਲ ਇਸ ਤਰ੍ਹਾਂ ਕਹਿੰਦਾ ਹੈ, ਮੁਕਤੀ ਗੱਲ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਗੜੇ ਹੋਵੋ। ਮੁਕਤੀ ਗੱਲ ਇਹ ਹੈ। ਇਹਦਾ ਮਤਲਬ ਇੱਥੇ ਪੌਲਸ ਜੋ ਹੈ ਇਹ ਪੱਤਰੀ ਦੀ ਸਮਾਪਤੀ ਦੇ ਵਿੱਚ ਜਾ ਰਿਹਾ ਹੈ ਔਰ ਇਸ ਸਮਾਪਤੀ ਦੇ ਵਿੱਚ ਉਹ ਅਫਸੁਸ ਦੇ ਕਲੀਸਿਆ ਦੇ ਵਿਸ਼ਵਾਸੀਆਂ ਨੂੰ ਗੱਲ ਕਹਿ ਰਿਹਾ, ਮੁਕਦੀ ਗੱਲ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਗੜੇ ਹੋਵੋ। ਮੁਕਦੀ ਗੱਲ ਇਹਦਾ ਮਤਲਬ ਉਹ ਆਖਰ ਦੇ ਵਿੱਚ ਜਾ ਰਿਹਾ ਹੈ ਔਰ ਇਸ ਵਿੱਚ ਜੋ ਪੌਲਸ ਹੈ ਉਹ ਕੁਝ ਖਾਸ ਗੱਲ ਇਸ ਦੇ ਵਿੱਚ ਦੱਸਣਾ ਚਾਹੁੰਦਾ ਹੈ। ਔਰ ਜਦੋਂ ਪੌਲਸ ਇਸ ਦੀ ਸਮਾਪਤੀ ਦੇ ਵਿੱਚ ਜਾ ਰਿਹਾ ਹੈ ਤਾਂ ਪੌਲਸ ਇਸ ਸਮੇਂ ਜੇਲ੍ਹ ਦੀ ਕੈਦ ਦੇ ਵਿੱਚ ਸੀ। ਜਦੋਂ ਉਹ ਰੋਮ ਦੇ ਵਿੱਚ ਕੈਦ ਸੀ ਤਦ ਇਸ ਪੱਤਰੀ ਨੂੰ ਉਹ ਲਿਖ ਰਿਹਾ ਸੀ ਔਰ ਜੋ ਸਮੱਸਿਆਵਾਂ ਰੋਮ ਦੀ ਕਲੀਸਿਆ ਦੇ ਵਿੱਚ ਆਈਆਂ ਸਨ, ਜੋ ਸਮੱਸਿਆਵਾਂ ਉਹਨਾਂ ਕਲੀਸਿਆਂ ਦੇ ਵਿੱਚ ਗੁਜ਼ਰ ਰਹੀਆਂ ਸਨ, ਉਹਨਾਂ ਦੇ ਬਾਰੇ ਉਹ ਬੜੇ ਸਾਫ਼ ਅਤੇ ਸਪਸ਼ਟ ਰੀਤੀ ਨਾਲ ਦੱਸਦਾ। ਪਹਿਲੀ ਗੱਲ, ਉਹ ਪਰਮੇਸ਼ਰ ਦੇ ਵਿੱਚ ਉਸ ਦੇ ਪ੍ਰੇਮ ਦੀ ਗੱਲ ਕਰਦਾ ਹੈ। ਫਿਰ ਉਸ ਪ੍ਰੇਮ ਦੇ ਵਿੱਚ ਪਰਮੇਸ਼ਰ ਦੇ ਛੁਟਕਾਰੇ ਦੀ ਗੱਲ ਕਰਦਾ ਹੈ। ਫਿਰ ਉਸ ਛੁਟਕਾਰੇ ਤੋਂ ਬਾਅਦ ਉਸ ਦੇ ਵਿੱਚ ਪਰਮੇਸ਼ਰ ਅਤੇ ਮਨੁੱਖਾਂ ਦੇ ਵਿੱਚ ਜੋ ਅਲਗਾਵ ਹੈ ਉਸ ਦੇ ਬਾਰੇ ਗੱਲ ਕਰਦਾ ਹੈ। ਫਿਰ ਮਨੁੱਖ ਦੇ ਵਿੱਚ ਜੋ ਅਲਗਾਵ ਹੈ ਉਸ ਦੇ ਬਾਰੇ ਗੱਲ ਕਰਦਾ ਹੈ। ਫਿਰ ਪਤੀ ਪਤਨੀ ਦੇ ਝਗੜੇ ਦੇ ਵਿੱਚ ਜੋ ਅਲਗਾਵ ਹੈ ਉਸ ਦੇ ਬਾਰੇ ਗੱਲ ਕਰਦਾ ਹੈ। ਫਿਰ ਉਹ ਗੱਲ ਕਰਦਾ ਹੈ ਕਿ ਵਿਸ਼ਵਾਸੀ ਇਸ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦਾ ਹੈ। ਉਸ ਦੀ ਗੱਲ ਇੱਥੇ ਉਹ ਕਹਿੰਦਾ ਹੈ, ਮੁਕਤੀ ਗੱਲ ਪ੍ਰਭੂ ਵਿੱਚ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਗੜੇ ਹੋਵੋ। ਇਸ ਦਾ ਜੋ ਸਬਜੈਕਟ ਮੈਂ ਇਸ ਵਚਨ ਦੇ ਨਾਲ ਲਿਆ ਹੈ, ਉਹਦੀ ਸ਼ਕਤੀ ਦੇ ਪਰਾਕਰਮ ਦਾ ਅਰਥ ਆਤਮਿਕ
जी उठण दी शक्ति है, आत्मिक जी उठण दी शक्ति है जो सानू जदों असी प्रभु यसु मसीह दे उत्ते विश्वास करते हाँ, नवा जन्म पाउंदे हाँ, तो असी आत्मिक रीति नाल जागृत हो जाते हाँ। क्योंकि पहला मेरा आत्मा जिहड़ा है वो पाप दे नाल दबिया होया है अते पाप मेरा आत्मा तो उठना चाहता है पर पाप ने उसके उत्ते दबाव पाया है। जदों मेरा आत्मा पाप नूं परमेश्वर दे अगे मन लैंदा है तो कहता है परमेश्वर मैं पाप किया है, तू मेरे पाप दे लई कार्ज किया है, मेरे पाप दे लिए अपने प्यारे बेटे प्रभु यसु मसीह नूं कालवरी क्रूस दे उत्ते बलिदान किया है। उसका शरीर अते उसका लहू मेरे पापां तो मैनू बचाउण दे लई छुड़ाउण दे लई कुर्बान किया गया। तेरा लहू मेरे सारे पापां तो मैनू शुद्ध करता है। जदों असी इस तरह इकरार कर लैंदे हां तां इस तरह हो जाता है। फिर आत्मा अपर नूं उठना शुरू हुंदा है परमेश्वर दे मिलाप दे लई। इस करके पौलुस कहता है कि प्रभु अते ओदे शक्ति दे पराक्रम विच तगड़े होवो। मतलब कि जी उठण दी शक्ति, जी उठण दी शक्ति की है? जदों असी परमेश्वर दे कोल उसदे नेड़े जाना शुरू करते हाँ, भाव उसके वचन के अनुसार चलना शुरू कर देंगे हाँ, तो दिन प्रति दिन ओदा वचन मैनू जैवंत करता है, मेरे आत्मिक जीवन नू जैवंत करता है। और वो जैवंत होना परमेश्वर की महिमा अते वडियाई का कारण है। आम तौर पर असी नेचा का संबंध जी उठण दे प्रति चंगाई, नौकरी अते बच्चे अते जमीन, मकान, खुशहाली अते लड़ाई विच जित आदि दे नाल रखते हाँ। इस दे नाल साडे विच जित नहीं आउंदी है। इस दे नाल मसीह दा जी उठना साडे जीवन दे विच प्रबल नहीं हुंदा है अते परमेश्वर नूं उस तो तृप्ति नहीं हुंदी है जदों असी इन्हां गल्लां दे उत्ते ध्यान करना शुरू कर दिंदे हां। बाइबल दे विच लिखिया है, मैं पिछले कल भी आप दे नाल इस बाबत गल कीती सी, परमेश्वर दे वचन दे विच लिखिया होया है कि पहला तुसी उहदे धर्म ते राज दी खोज करो, ये वस्तां तुहानूं खुद ब खुद मिल जाणगीਆਂ। असी किस गल दे उत्ते भज रहे हैं? परमेश्वर दे राज दी गल नहीं कर रहे हैं, परमेश्वर दे वचन दी गल नहीं कर रहे हैं, परमेश्वर दी आत्मिकता दी गल नहीं कर रहे हैं। गल कादी कर रहे हैं? चंगाई दी गल कर रहे हैं, नौकरी दी गल कर रहे हैं, बच्चों की सैटलमेंट की गल कर रहे हैं, मकान की गल कर रहे हैं, खुशहाली की गल कर रहे हैं, लड़ाई तो जित की गल कर रहे हैं। ਇਹੋ ਤਾਂ ਅੱਜ संसार ਦੇ ਵਿੱਚ ਚੱਲ ਰਿਹਾ। ਇਸੇ ਗੱਲ ਦੇ ਉੱਤੇ ਪੌਲਸ ਕਹਿੰਦਾ ਹੈ ਕਿ ਅਸੀਂ ਜਿੱਤ ਪ੍ਰਾਪਤ ਕਰਨੀ ਹੈ। इस गल के उत्ते असी किस तरह ये सारिया जिन्नियां भी गल्लां है संसारिक है, ये जिन्नियां भी गल्लां है शारीरिक है, इन्हां विच आत्मिक गल एक भी नहीं है जिस दे नाल असी परमेश्वर दे नेड़े जा सकीए अते परमेश्वर दे जो आत्मा सानू मिलिया है उस दे विच दिन प्रति दिन असी उठ सकीए। परमेश्वर उठण की सानू ताकत देना चाहता है, साडे नाल गल करना चाहता है। जी उठण दे लई साडे विच एक मजबूत विश्वास होना जरूरी है। पहली गल ये कहता है, इस करके असी नेचा दे संबंध दे विच चंगाई दे विच नहीं जाना है, नौकरी दे विच नहीं जाना है, बच्चे दे विच नहीं जाना है, मकान दे विच नहीं जाना। किस गल दे विच? जी उठण की शक्ति दे लई नेचा प्राप्त करना चाहते हन तां सानू परमेश्वर दे वचन दे नेड़े जाना पएगा, परमेश्वर दे सुसमाचार दी शक्ति नू अपने विच लैके चलना पएगा। क्योंकि परमेश्वर दी सुसमाचार दी शक्ति जड़ी मैनू दिती गई है वो दिन प्रति दिन मैनू उहदे विच जैवंत करती है। कि तुसी इस गल नू समझदे हो? कि तुसी इस गल नू जाणदे हो? जे तुसी इस गल नू जाणदे हो तां परमेश्वर तुहाडे विच हमेशा गल करन दे लई तुहाडे नेड़े आउंदा है अते वो तुहानू अपने नेड़े ले जाके अपने कारजां दे विच बलीन करके उसकी शक्ति दे नाल आप नू भरपूर करना चाहुंदा है। और जी उठण दी शक्ति दे लई परमेश्वर कहंदा है कि तुसी नेचा करो और ये नेचा नू तुसी प्राप्त करो। और ये नेचा प्रभु यसु मसीह जिंदा है, ये मेरे आत्मिक आवाज मेरे विच आउंदी है तो मैं जैवंत हुंदा हां। और ये जैवंत दी शक्ति परमेश्वर ने नेचा दे राही मेरे विच भरी है, आप दे विच भरी है। लेकिन इसनूं असी जागृत करना है।
ਜੀ ਉੱਠਣ ਦੀ ਸ਼ਕਤੀ ਦੁਆਰਾ ਹੀ ਅਸੀਂ ਕਹਿੰਦੇ ਹਾਂ ਕਿ ਉਹ ਸਾਡਾ ਮੁਕਤੀਦਾਤਾ ਹੈ, ਅਦਭੁਤ ਹੈ, ਸਰਵ ਸ਼ਕਤੀਮਾਨ ਪਰਮੇਸ਼ਰ ਹੈ। ਕਿ ਅਸੀਂ ਉਸ ਨੂੰ ਗਹਿਰਾਈ ਨਾਲ ਜਾਣਦੇ ਹਾਂ। ਜਦ ਅਸੀਂ ਉਸ ਨੂੰ ਗਹਿਰਾਈ ਨਾਲ ਪਛਾਣਦੇ ਹਾਂ, ਅਸੀਂ ਉਸ ਦੇ ਨੇੜੇ ਜਾਂਦੇ ਹਾਂ। ਜਿਵੇਂ ਅਸੀਂ ਆਪਣੇ ਮਿੱਤਰ ਦੇ ਕੋਲ ਜਾਂਦੇ ਹਾਂ, ਉਸ ਦੇ ਨਾਲ ਹਰ ਇੱਕ ਗੱਲ ਗਹਿਰਾਈ ਦੇ ਨਾਲ ਕਰ ਲੈਂਦੇ ਹਾਂ। ਉਸ ਵਿੱਚ ਅਸੀਂ ਕੋਈ ਪਰਦਾ ਨਹੀਂ ਰੱਖਦੇ, ਉਸ ਵਿੱਚ ਅਸੀਂ ਕਿਸੇ ਗੱਲ ਦਾ ਛੁਪਾ ਨਹੀਂ ਰੱਖਦੇ, ਉਸ ਦੇ ਨਾਲ ਸਭ ਗੱਲਾਂ ਖੁੱਲ੍ਹਮ ਖੁੱਲ੍ਹਾ ਕਰ ਦਿੰਦੇ ਹਨ। ਇਹ ਨੇਚਾ ਦੇ ਨਾਲ ਪਰਮੇਸ਼ਰ ਦੇ ਵਿੱਚ ਗੱਲ ਕਰਕੇ ਉਸ ਦੇ ਜੀ ਉੱਠਣ ਦੀ ਸ਼ਕਤੀ ਨੂੰ ਪ੍ਰਾਪਤ ਕਰਨਾ ਹੈ। ਨੇਚਾ ਇੰਪੋਰਟੈਂਸ ਹੈ ਵਿਸ਼ਵਾਸੀ ਦੇ ਜੀਵਨ ਮਰਨ ਤੱਕ। ਇਸੇ ਕਰਕੇ ਰੈਵਲੇਸ਼ਨ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਲਿਖਿਆ, ਮਰਨ ਤੱਕ ਵਿਸ਼ਵਾਸੀ ਰਹਿ ਤਾਂ ਤੂੰ ਜੀਵਨ ਦਾ ਮੁਕਤ ਪਾਏਗਾ। ਇੱਥੇ ਪੌਲਸ ਇਸ ਗੱਲ ਨੂੰ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਇਹ ਗੱਲ ਕਹਿ ਰਿਹਾ ਹੈ। ਔਰ ਇਸ ਦੇ ਨਾਲ ਇੱਕ ਗੱਲ ਉਹ ਕਹਿ ਰਿਹਾ, ਜਿਸ ਦੇ ਨਾਲ ਸਾਡਾ ਗਹਿਰਾ ਸੰਬੰਧ ਹੋਵੇ, ਉਸ ਦੇ ਨਾਲ ਅਸੀਂ ਬਿਨਾਂ ਕਿਸੇ ਰੁਕਾਵਟ ਦਿਲ ਦੀਆਂ ਗੱਲਾਂ ਕਰ ਸਕਦੇ ਹਾਂ। ਆਪਣੇ ਵਿਚਾਰ ਅਤੇ ਬੋਝ ਨੂੰ ਵੰਡਣ ਦੇ ਨਾਲ ਸਾਨੂੰ ਬਹੁਤ ਹੀ ਆਨੰਦ ਆਉਂਦਾ ਹੈ ਅਤੇ ਸਾਡੀ ਪਛਾਣ ਹੋਰ ਵੀ ਗਹਿਰੀ ਹੁੰਦੀ ਜਾਂਦੀ ਹੈ। ਅਜਿਹੀ ਪਛਾਣ ਜੀ ਉੱਠਣ ਦੀ ਸਮਰੱਥਾ ਦੇ ਦੁਆਰਾ ਹੀ ਆਉਂਦੀ ਹੈ ਔਰ ਇਹ ਨੇਚਾ ਦੇ ਨਾਲ ਹੈ। ਜੇ ਮੇਰੇ ਮਿੱਤਰ ਦੇ ਵਿੱਚ ਨੇਚਾ ਨਹੀਂ ਹੈ ਤਾਂ ਮੈਂ ਉਸ ਦੇ ਨਾਲ ਕਦੇ ਵਫਾਦਾਰ ਨਹੀਂ ਹੋ ਸਕਦਾ। ਪਰਮੇਸ਼ਰ ਅਤੇ ਮੇਰੇ ਵਿੱਚ ਨੇਚਾ ਦਾ ਸੰਬੰਧ ਹੈ। ਉਹ ਉਹਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਹੈ। ਜੇ ਉਹ ਸਾਡੇ ਵਿੱਚ ਨਹੀਂ ਹੈ ਤਾਂ ਪਿਆਰੋ, ਸਾਡੇ ਵਿੱਚ ਪਰਮੇਸ਼ਰ ਦੇ ਜੀ ਉੱਠਣ ਦੀ ਸਮਰੱਥ ਨਹੀਂ ਹੈ। ਇਸ ਲਈ ਪਹਿਲੀ ਗੱਲ, ਸਾਡੇ ਵਿੱਚ ਜੀ ਉੱਠਣ ਦੀ ਸਮਰੱਥ ਦੇ ਲਈ ਨੇਚਾ ਜ਼ਰੂਰੀ ਹੈ। ਦੂਸਰੀ ਗੱਲ ਅਸੀਂ ਦੇਖਦੇ ਹਾਂ, ਅਸੀਂ ਹਰ ਰੋਜ਼ ਬਾਈਬਲ ਪੜ੍ਹਦੇ ਹਾਂ ਤਾਂ ਵੀ ਸਾਡੇ ਵਿੱਚ ਪਰਮੇਸ਼ਰ ਦੀ ਸਮਰੱਥ ਜਾਗਰਤ ਨਹੀਂ ਹੁੰਦੀ। ਕਾਰਨ ਉਸ ਵਿੱਚ ਸਾਨੂੰ ਨੇਚਾ ਨਹੀਂ ਦਿਖਾਈ ਦਿੰਦਾ। ਅਸੀਂ ਉਸ ਵਿੱਚ ਕੀ ਕਰਦੇ ਹਾਂ? ਅਲਪ ਵਿਸ਼ਵਾਸੀ ਸ਼ਬਦ ਬਾਈਬਲ ਦੇ ਵਿੱਚ ਯੂਜ਼ ਕੀਤਾ ਗਿਆ। ਅਲਪ ਵਿਸ਼ਵਾਸ, ਥੋੜੇ ਵਿਸ਼ਵਾਸ ਵਾਲੇ, ਘੱਟ ਵਿਸ਼ਵਾਸ ਵਾਲੇ। ਬਾਈਬਲ ਨੂੰ ਪੜ੍ਹਨਾ ਹੈ, ਪਰ ਕਿੱਦਾਂ? ਪੂਰਨ ਵਿਸ਼ਵਾਸ ਦੇ ਨਾਲ। ਜਦ ਪੂਰਨ ਵਿਸ਼ਵਾਸ ਦੇ ਨਾਲ ਪੜ੍ਹਦੇ ਹਾਂ ਤਾਂ ਮੇਰਾ ਆਤਮਾ ਜਾਗਰਤ ਹੋ ਜਾਂਦਾ ਹੈ। ਜਾਗਰਤ ਮਤਲਬ ਸ਼ਾਂਤੀ ਦੇ ਨਾਲ ਭਰ ਜਾਂਦਾ ਹੈ। ਜਾਗਰਤ ਦਾ ਮਤਲਬ ਪਰਮੇਸ਼ਰ ਦੇ ਪ੍ਰੇਮ ਨਾਲ ਭਰ ਜਾਂਦਾ ਹੈ। ਜਾਗਰਤ ਦਾ ਮਤਲਬ ਪਰਮੇਸ਼ਰ ਦੀ ਪਵਿੱਤਰਤਾ ਦੇ ਨਾਲ ਭਰਪੂਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਮੇਰੇ ਵਿੱਚ ਪਰਮੇਸ਼ਰ ਦੇ ਵਚਨ ਦੇ ਵਿੱਚ ਪੜ੍ਹਨ ਦੇ ਨਾਲ ਪੂਰਨ ਨੇਚਾ ਆਉਣੀ ਜ਼ਰੂਰੀ ਹੈ। ਦੂਸਰੀ ਗੱਲ ਹੈ, ਨੇਚਾ ਤਾਂ ਹੈ ਪਰ ਪੂਰਨ ਨੇਚਾ ਹੋਣੀ ਚਾਹੀਦੀ। ਔਰ ਇਸ ਦੇ ਨਾਲ ਉਹ ਕਹਿੰਦਾ ਹੈ, ਅਸੀਂ ਪਰਤਾਵਿਆਂ ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਜੇ ਪੂਰਨ ਨੇਚਾ ਨਹੀਂ। ਅਸੀਂ ਖੁਦ ਤੇ ਨੀਂਹ ਰੱਖਦੇ ਹਾਂ ਅਤੇ ਦੂਜਿਆਂ ਦੀ ਲੋੜਾਂ ਦੇ ਲਈ ਮਦਦ ਮੰਗਣ ਵਾਸਤੇ ਲੋਕਾਂ ਦੇ ਕੋਲ ਜਾਂਦੇ ਹਾਂ, ਪਰਮੇਸ਼ਰ ਦੇ ਕੋਲ ਨਹੀਂ। ਸੰਸਾਰ ਦੇ ਲੋਕ ਸਾਨੂੰ ਸਾਡੇ ਝਗੜਿਆਂ ਦੇ ਵਿੱਚ ਨਿਪਟਾਰਾ ਨਹੀਂ ਕਰ ਸਕਦੇ। ਸੰਸਾਰ ਦੇ ਲੋਕ ਸਾਡੇ ਵਿੱਚ ਊਜ ਲੱਭਦੇ ਆ। ਸੰਸਾਰ ਦੇ ਲੋਕ ਸਾਡੇ ਵਿੱਚ ਹਮੇਸ਼ਾ ਕਿਸੇ ਨਾ ਕਿਸੇ ਗਲਤੀ ਨੂੰ ਖੋਜਦੇ ਰਹਿੰਦੇ। ਬਾਈਬਲ ਦੇ ਵਿੱਚ ਲਿਖਿਆ ਹੈ, ਜਿਹੜਾ ਦੂਸਰਿਆਂ ਦੀ ਗਲਤੀ ਨੂੰ ਭਾਲਦਾ ਰਹਿੰਦਾ ਹੈ, ਜਿਹੜਾ ਦੂਸਰਿਆਂ ਦੀ ਗਲਤੀ ਦੇ ਉੱਤੇ ਆਪਣੇ ਆਪ ਨੂੰ ਹਮੇਸ਼ਾ ਅੱਖ ਲਾ ਕੇ ਰੱਖਦਾ ਹੈ, ਉਹ ਆਪਣੇ ਜੀਵਨ ਦੇ ਵਿੱਚ ਕਦੇ ਸਫਲ ਨਹੀਂ ਹੁੰਦਾ। ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਪਰਮੇਸ਼ਵਰ ਨੇ ਮੈਨੂੰ
ਪਰਮੇਸ਼ਰ ਨੂੰ ਦੇਖਣ ਦੇ ਲਈ ਕਿਹਾ ਹੈ, ਕਿਉਂਕਿ ਪਰਮੇਸ਼ਰ ਅਤੇ ਪਰਮੇਸ਼ਰ ਪੁੱਤਰ ਦੇ ਵਿੱਚ ਅਤੇ ਉਸ ਦੇ ਵਚਨ ਦੇ ਵਿੱਚ ਕਿਸੇ ਪ੍ਰਕਾਰ ਦੀ ਖਾਮੀ ਨਹੀਂ। ਜਦੋਂ ਅਸੀਂ ਪਰਮੇਸ਼ਰ ਵੱਲ ਦੇਖਦੇ ਹਾਂ ਔਰ ਪਰਮੇਸ਼ਰ ਦੇ ਵਿੱਚ ਆਪਣੇ ਭਰਾ ਨੂੰ ਦੇਖਦੇ ਹਾਂ, ਆਪਣੀ ਭੈਣ ਨੂੰ ਦੇਖਦੇ ਹਾਂ, ਤਾਂ ਸਾਨੂੰ ਖਾਮੀ ਨਜ਼ਰ ਨਹੀਂ ਆਉਂਦੀ, ਤਾਂ ਸਾਨੂੰ ਮਸੀਹ ਦਾ ਪ੍ਰੇਮ ਨਜ਼ਰ ਆਉਂਦਾ ਹੈ, ਜੋ ਮਸੀਹ ਨੇ ਸਵਰਗ ਤੋਂ ਮੇਰੇ ਲਈ ਕੀਤਾ ਹੈ। ਔਰ ਜੋ ਮੇਰੇ ਲਈ ਕੀਤਾ ਹੈ ਉਹ ਇੱਕ ਦੂਸਰੇ ਨੂੰ ਦੇਣ ਦੇ ਲਈ ਕੀਤਾ ਹੈ। ਸਮਝ ਰਹੇ ਹੋ ਮੇਰੀ ਗੱਲ? ਜੇ ਸਮਝ ਰਹੇ ਹੋ ਤਾਂ ਸੱਚਮੁੱਚ ਤੁਸੀਂ ਪਰਮੇਸ਼ਰ ਦੀ ਸਮਰੱਥ ਦੇ ਨਾਲ ਜਿਹੜੀ ਨੇਚਾ ਦੇ ਵਿੱਚ ਸਾਡੇ ਵਿੱਚ ਸਾਨੂੰ ਆਤਮਾ ਦੇ ਵਿੱਚ ਜਾਗਰਤ ਕਰਦੀ ਹੈ, ਤਾਂ ਅਸੀਂ ਹਰ ਇੱਕ ਯੁੱਧ ਦੇ ਲਈ ਤਿਆਰ ਹੋ ਕੇ ਅੱਗੇ ਵੱਧ ਸਕਦੇ ਹਾਂ। ਹਰ ਇੱਕ ਯੁੱਧ ਦੇ ਲਈ, ਕਿਉਂਕਿ ਅੱਗੇ ਯੁੱਧ ਦੀ ਗੱਲ ਕਰਦਾ ਹੈ। ਉਸ ਯੁੱਧ ਦੇ ਵਿੱਚ ਇੱਕ ਬੜੀ ਸੁੰਦਰ ਗੱਲ ਹੈ ਜਿਹੜੀ ਮੈਂ ਆਪ ਦੇ ਨਾਲ ਕਰ ਰਿਹਾ ਹਾਂ ਵਿਸ਼ਵਾਸ ਤੋਂ ਅੱਗੇ, ਉਹ ਹੈ ਮੇਲ ਦੇ ਜੁੱਤੇ। ਮੇਲ ਦੇ ਜੁੱਤੇ ਕਹਿੰਦਾ ਆਪਣੀ ਪੈਰੀ ਪਾ ਲਓ। ਮੇਰੇ ਪੈਰ ਕਿਸ ਗੱਲ ਦੇ ਲਈ ਅੱਗੇ ਵਧ ਰਹੇ? ਲੜਾਈ ਦੇ ਲਈ, ਝਗੜੇ ਦੇ ਲਈ, ਨੁਕਸਾਨ ਕਰਨ ਦੇ ਲਈ, ਕਿਸੇ ਨੂੰ ਥੱਲੇ ਸੁੱਟਣ ਦੇ ਲਈ, ਬਰਿਆਈ ਕਰਨ ਦੇ ਲਈ, ਨੀਵਾਂ ਕਰਨ ਦੇ ਲਈ ਨਹੀਂ। ਮੇਲ ਦੇ ਜੁੱਤੇ ਜਿਹੜੇ ਪਰਮੇਸ਼ਵਰ ਨੇ ਮੈਨੂੰ ਦਿੱਤੇ ਹੈ ਉਹ ਇੱਕ ਦੂਸਰੇ ਨੂੰ ਉੱਚਾ ਕਰਨ ਦੇ ਲਈ। ਪ੍ਰਭੂ ਮੈਨੂੰ ਅਤੇ ਆਪ ਨੂੰ ਨੀਵਾਂ ਕਰਨ ਦੇ ਲਈ ਨਹੀਂ, ਆਪਣੇ ਵਿੱਚ ਉੱਚਾ ਕਰਨ ਦੇ ਲਈ ਹੈ। ਆਪਣੇ ਵਿੱਚ ਉੱਚਾ ਕਰਨ। ਸਾਡੇ ਵਿੱਚ ਸਫਲਤਾ ਹੈ ਨਹੀਂ ਸੀ, ਸਾਡੇ ਵਿੱਚ ਜਿੱਤ ਹੈ ਨਹੀਂ ਸੀ, ਸਾਡੇ ਵਿੱਚ ਚੈਨ ਹੈ ਨਹੀਂ ਸੀ, ਇਹ ਸਭ ਗੱਲਾਂ ਹੈ ਨਹੀਂ ਸੀ। ਕਿਉਂ? ਕਿਉਂਕਿ ਆਤਮਾ ਸਰੀਰ ਦੇ ਅਤੇ ਪਾਪ ਦੀ ਅਭਿਲਾਸ਼ਾਵਾਂ ਦੇ ਨਾਲ ਦੱਬਿਆ ਹੋਇਆ ਸੀ। ਜਦੋਂ ਅਸੀਂ ਮਸੀਹ ਦੇ ਉੱਤੇ ਨੇਚਾ ਕਰ ਲਈ ਹੈ ਤਾਂ ਉਹ ਜੈਵੰਤ ਹੋ ਗਿਆ, ਕਿਉਂਕਿ ਕਿਸੇ ਨੇ ਮੇਲ ਦੇ ਸੁਸਮਾਚਾਰ ਦੇ ਨਾਲ ਮੈਨੂੰ ਉਹ ਖੁਸ਼ਖਬਰੀ ਸੁਣਾ ਕੇ ਮੈਨੂੰ ਸਰੀਰ ਤੋਂ ਜ਼ਿੰਦਾ ਕਰਕੇ ਪਰਮੇਸ਼ਵਰ ਦੇ ਨਾਲ ਬੈਠਣ ਦੀ ਸਮਰੱਥ ਉਹਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਲ ਦਿੱਤੀ। ਕਹਿੰਦਾ ਤੁਸੀਂ ਪਰਮੇਸ਼ਵਰ ਦੇ ਸੱਜੇ ਹੱਥ ਵਿਰਾਜਮਾਨ ਹੋ। ਇਹ ਐਵੇਂ ਨਹੀਂ ਹੋ ਗਿਆ ਮੈਂ ਪਰਮੇਸ਼ਵਰ ਦੇ ਸੱਜੇ ਹੱਥ ਵਿਰਾਜਮਾਨ ਹੋਣਾ ਹੈ। ਮੈਂ ਪਰਮੇਸ਼ਵਰ ਦੇ ਨਾਲ ਸੱਜੇ ਹੱਥ ਵਿਰਾਜਮਾਨ ਹੋ ਕੇ ਉਸ ਦੇ ਰਾਜ ਦੇ ਵਿੱਚ ਬੈਠਣਾ ਹੈ। ਇਹ ਪਰਮੇਸ਼ਵਰ ਦੇ ਜੀ ਉੱਠਣ ਦੀ ਸਮਰੱਥ ਨੇਚਾ ਦੇ ਨਾਲ ਪ੍ਰਭੂ ਯਿਸੂ ਮਸੀਹ ਤੋਂ ਮੇਰੇ ਜੀਵਨ ਦੇ ਵਿੱਚ ਪ੍ਰਾਪਤ ਹੋਈ ਹੈ। ਇਸ ਗੱਲ ਨੂੰ ਜੇ ਤੁਸੀਂ ਸਮਝ ਗਏ ਤਾਂ ਤੁਸੀਂ ਕਦੇ ਵੀ ਆਪਣੇ ਜੀਵਨ ਦੇ ਵਿੱਚ ਨਿਰਾਸ਼ ਨਹੀਂ ਹੋਵੋਗੇ। ਦੂਜਿਆਂ ਤੋਂ ਸਲਾਹ ਲੈਣ ਦੀ ਜ਼ਰੂਰਤ ਨਹੀਂ, ਪਰ ਮਨੁੱਖ ਉਦੋਂ ਅਸਫਲ ਹੁੰਦਾ ਹੈ ਜਦੋਂ ਦੂਸਰਿਆਂ ਕੋਲ ਜਾਣਾ ਸ਼ੁਰੂ ਕਰ ਦਿੰਦਾ ਹੈ ਪਰਮੇਸ਼ਰ ਨੂੰ ਛੱਡ ਕੇ। ਅਸੀਂ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਪੁਕਾਰਦੇ ਹਾਂ। ਪ੍ਰਭੂ ਯਿਸੂ ਮਸੀਹ ਜਦੋਂ ਵੀ ਕੋਈ ਗੱਲ ਹੁੰਦੀ ਸੀ ਜਾਂ ਕਿਸੇ ਤਰ੍ਹਾਂ ਦਾ ਕੋਈ ਡਿਸੀਜਨ ਵੀ ਲੈਣਾ ਸੀ ਤਾਂ ਪਰਮੇਸ਼ਰ ਦੇ ਨਾਲ ਗੱਲ ਕਰਦਾ ਸੀ ਅਤੇ ਪਰਮੇਸ਼ਰ ਉਸ ਨੂੰ ਬਲ ਦਿੰਦਾ ਸੀ। ਕਾਹਦੇ ਲਈ? ਉਸ ਕੰਮ ਦੇ ਵਿੱਚੋਂ ਜੀ ਉੱਠਣ ਦੇ ਲਈ ਅਤੇ ਜਿੱਤਣ ਦੇ ਲਈ। ਮੈਨੂੰ ਵੀ ਇਹ ਸਮਰੱਥ ਮਿਲਦੀ ਹੈ, ਦਿੱਤੀ ਹੋਈ ਹੈ, ਪਰ ਅਸੀਂ ਉਹਨੂੰ ਆਪਣੇ ਵਿੱਚ ਜਾਗਰਤ ਨਹੀਂ ਕਰਦੇ। ਅਸੀਂ ਨਿਰਾਸ਼ ਹੋ ਕੇ ਇੱਕ ਅਜਿਹੇ ਫੈਸਲੇ ਲੈ ਬੈਠਦੇ ਹਾਂ ਜਿਹਦੇ ਵਿੱਚ ਮੈਨੂੰ ਕੱਲ ਨੂੰ ਪਛਤਾਉਣਾ ਪੈਂਦਾ। ਮੈਂ ਕਈ ਇੱਦਾਂ ਦੇ ਫੈਸਲੇ ਲਏ ਪਰ ਉਹਦੇ ਵਿੱਚ ਮੈਨੂੰ ਨਿਰਾਸ਼ ਹੋਣਾ ਪਿਆ, ਮੈਨੂੰ ਹਤਾਸ਼ ਹੋਣਾ ਪਿਆ। ਮੈਂ ਫੈਸਲੇ ਨਹੀਂ ਲੈ ਸਕਦਾ, ਮੈਂ ਇਸ ਤਰ੍ਹਾਂ ਨਹੀਂ ਕਰਾਂਗਾ, ਮੈਂ ਉਸ ਤਰ੍ਹਾਂ ਨਹੀਂ ਕਰਾਂਗਾ, ਮੇਰੇ ਜੀਵਨ ਦੇ ਵਿੱਚ ਇਹ ਘਟਨਾ ਨਹੀਂ। ਪਰਮੇਸ਼ਵਰ ਦੀ ਜੀ ਉੱਠਣ ਦੀ ਸਮਰੱਥ ਨੂੰ ਆਪਣੇ ਵਿੱਚ ਜਾਗਰਿਤ ਕਰੋ ਅਤੇ ਮਾਫ ਕਰਨਾ ਸਿੱਖੋ। ਮਾਫ ਕਰਨਾ, ਬਾਈਬਲ ਦੇ ਵਿੱਚ ਪਰਮੇਸ਼ਵਰ ਨੇ ਮੈਨੂੰ ਮਾਫ ਕਰਨਾ ਜਦੋਂ ਸਿਖਾ ਦਿੱਤਾ ਤਾਂ ਮੈਂ ਪ੍ਰਭੂ ਵਿੱਚ ਜੀ ਉੱਠਿਆ। ਜੇ ਮੈਂ ਇਹ ਨਹੀਂ ਕਰ ਰਿਹਾ, ਮੈਂ ਆਪਣੇ ਭਰਾ ਦੇ ਨਾਲ ਧੋਖਾ ਕਰ ਰਿਹਾ, ਆਪਣੇ ਭੈਣ ਦੇ ਨਾਲ ਧੋਖਾ ਕਰ ਰਿਹਾ, ਕਿਸੇ ਨਾਲ ਧੋਖਾ ਕਰ ਰਿਹਾ, ਤਾਂ ਮੈਂ ਕਦੇ ਵੀ ਮਸੀਹ ਦੇ ਵਿੱਚ ਜੈਵੰਤ ਨਹੀਂ, ਮੈਂ ਫਿਰ ਮਰਿਆ ਹੋਇਆ। ਮੈਂ ਜੈਵੰਤ ਕਦੋਂ ਹੁੰਦਾ ਹਾਂ?
ਜਦੋਂ ਮੈਂ ਮਸੀਹ ਦੇ ਉੱਤੇ ਨਿਹਚਾ ਕਰਕੇ ਉਸ ਵਚਨ ਦੇ ਅਨੁਸਾਰ, ਜਿੱਥੇ ਪ੍ਰਭੂ ਨੇ ਕਿਹਾ ਕਿ ਤੁਸੀਂ ਇੱਕ ਦੂਜੇ ਨੂੰ ਮਾਫ ਕਰਨਾ ਤੇ ਸਹਿਣਾ ਸਿੱਖ ਲਓ। ਜੇ ਕਿਸੇ ਨੂੰ ਕਿਸੇ ਉੱਤੇ ਗਿਲਾ ਹੋਵੇ ਤਾਂ ਸਹਿ ਲਵੇ ਅਤੇ ਉਹਨੂੰ ਮਾਫ ਕਰੇ ਜਿਵੇਂ ਮਸੀਹ ਨੇ ਤੁਹਾਨੂੰ ਮਾਫ ਕੀਤਾ। ਇਸ ਸ਼ਬਦ ਦੇ ਵਿੱਚ ਬਹੁਤ ਵੱਡੀ ਗਹਿਰਾਈ ਹੈ, ਪਰ ਮੈਂ ਉੱਥੇ ਨਹੀਂ ਜਾਣਾ ਚਾਹੁੰਦਾ। ਮੈਂ ਇਸ ਗੱਲ ਨੂੰ ਅੱਗੇ ਲੈ ਕੇ ਜਾਣਾ। ਅਸੀਂ ਆਪਣੇ ਸੁਭਾਅ ਵਿੱਚ ਅਨੇਕ ਅਸਫਲਤਾਵਾਂ, ਹੱਦਾਂ ਅਤੇ ਅਰਾਜਕਤਾ ਨੂੰ ਵੇਖਦੇ ਹਾਂ। ਸ਼ੁਰੂ ਵਿੱਚ ਜਦ ਅਸੀਂ ਸੰਦੇਸ਼ਾਂ ਨੂੰ ਸੁਣਦੇ ਹਾਂ ਤਦ ਸਮਝਦੇ ਹਾਂ ਕਿ ਸਾਡੇ ਦਿਲ ਕਪਟੀ ਅਤੇ ਦੁਸ਼ਟ ਹਨ ਅਤੇ ਅਸੀਂ ਨੇਚਾਹੀਨ ਹਾਂ। ਅਸੀਂ ਹਰ ਰੋਜ਼ ਪ੍ਰਾਰਥਨਾ ਹਰੇਕ ਕੰਮ ਦੇ ਲਈ, ਜਿੱਤ ਪ੍ਰਾਪਤ ਕਰਨ ਦੇ ਲਈ ਅਤੇ ਮਦਦ ਦੇ ਲਈ ਕਰਦੇ ਹਾਂ। ਸਾਡੇ ਹਰੇਕ ਪਰਵਰਤੀ ਯੋਜਨਾ ਅਤੇ ਲੋੜਾਂ ਦੇ ਲਈ ਸਾਨੂੰ ਨਵੇਂ ਸੁਭਾਅ ਦੀ ਲੋੜ ਹੈ। ਹਰ ਰੋਜ਼ ਤੜਕੇ ਪ੍ਰਾਰਥਨਾ ਕਰਨੀ ਹੈ, ਹਰ ਸਮੇਂ ਪ੍ਰਾਰਥਨਾ ਕਰਨੀ ਹੈ। ਤਦ ਸਾਨੂੰ ਇਹ ਸਫਲਤਾ ਮਿਲ ਸਕਦੀ ਹੈ, ਤਦ ਅਸੀਂ ਜਿੱਤ ਸਕਦੇ ਹਾਂ, ਤਦ ਸਾਡੇ ਵਿੱਚ ਜੀ ਉੱਠਣ ਦੀ ਸ਼ਕਤੀ ਜਿੱਤ ਦੇ ਵਿੱਚ ਪਰਿਵਰਤਿਤ ਹੋਵੇਗੀ। ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤਦ ਅਸੀਂ ਕਹੀਏ, ਯਿਸੂ ਮਸੀਹ ਤੁਸੀਂ ਮੇਰਾ ਜੀਵਨ ਹੋ, ਤੁਸੀਂ ਮੇਰੀ ਸ਼ਕਤੀ ਅਤੇ ਮੇਰਾ ਗਿਆਨ ਹੋ। ਗਿਆਨ, ਸ਼ਕਤੀ ਜਾਂ ਦੂਜੇ ਕਿਸੇ ਵੀ ਗੱਲ ਦੇ ਲਈ ਮੈਂ ਪੁਰਾਣੇ ਸੁਭਾਅ ਤੋਂ ਨਹੀਂ ਰੱਖਦਾ। ਮੈਂ ਪੂਰੀ ਤਰ੍ਹਾਂ ਨਾਲ ਨਿਰਵਲ ਹਾਂ। ਮੇਰੀਆਂ ਸਾਰੀਆਂ ਲੋੜਾਂ ਦੇ ਲਈ ਆਪਣੇ ਜੀ ਉੱਠਣ ਦੀ ਸ਼ਕਤੀ ਮੈਨੂੰ ਦਿਓ, ਆਪਣੇ ਜੀ ਉੱਠਣ ਦੀ ਸ਼ਕਤੀ ਮੈਨੂੰ ਦਿਓ। ਤਦ ਤੁਸੀਂ ਕਾਮਯਾਬ ਹੋ ਜਾਓ, ਤਦ ਤੁਹਾਡਾ ਇੱਕ ਸਫਲ ਜੀਵਨ ਪਰਮੇਸ਼ਰ ਬਣਾ ਦੇਵੇਗਾ ਮਸੀਹ ਯਿਸੂ ਵਿੱਚ। ਅਸੀਂ ਆਪਣੇ ਆਪ ਦੇ ਵਿੱਚ ਸਫਲ ਨਹੀਂ ਹੋ ਸਕਦੇ, ਮਸੀਹ ਯਿਸੂ ਦੇ ਵਿੱਚ ਸਫਲ ਹੋ ਸਕਦੇ। ਇਸ ਲਈ ਮੈਂ ਫੇਰ ਉਸ ਗੱਲ ਨੂੰ ਕਹਿ ਰਿਹਾ ਹਾਂ, ਉਹਦੇ ਜੀ ਉੱਠਣ ਦੀ ਸ਼ਕਤੀ ਦੇ ਪਰਾਕਰਮ ਦਾ ਅਰਥ ਆਤਮਿਕ ਰੀਤ ਦੇ ਨਾਲ ਜੀ ਉੱਠਣ ਦੀ ਸ਼ਕਤੀ ਨੂੰ ਪ੍ਰਾਪਤ ਕਰਨਾ ਹੈ। ਔਰ ਉਸ ਦੇ ਲਈ ਨਿਤ ਪ੍ਰਤੀ ਦਿਨ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਪਰਮੇਸ਼ਰ ਆਪ ਨੂੰ ਆਤਮਿਕ ਰੀਤੀ ਨਾਲ ਜੀ ਉੱਠਣ ਦੀ ਸ਼ਕਤੀ ਦਿਨ ਪ੍ਰਤੀ ਦਿਨ ਪ੍ਰਦਾਨ ਕਰੇਗਾ ਹਰ ਦਿਨ ਦੇ ਕੰਮਾਂ ਦੇ ਲਈ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਮਾਰਾਨਾਥਾ।